सत श्री अकाल नमस्कार ਸਾਰਿਆਂ ਨੂੰ ਚੇਤਨ ਭਾਰਤ ਲਰਨਿੰਗ ਦੇ ਵਿੱਚ ਤੁਹਾਡਾ ਸਵਾਗਤ ਹੈ। ਅੱਜ ਆਪਾਂ ਪੜਾਂਗੇ ਪੰਜਾਬ ਦੇ ਵਿੱਚ ਹੋਈਆਂ ਮੂਵਮੈਂਟਸ ਦੇ ਬਾਰੇ। ਤਾਂ ਪੰਜਾਬ ਦੇ ਵਿੱਚ ਕਿਹੜੀਆਂ-ਕਿਹੜੀਆਂ ਮੂਵਮੈਂਟਸ ਹੋਈਆਂ ਸੀ? ਸੋਸ਼ੀਓ ਰਿਲੀਜੀਅਸ ਰਿਫਾਰਮ ਮੂਵਮੈਂਟਸ ਐਂਡ ਫਰੀडम ਮੂਵਮੈਂਟਸ। 1849 ਈਸਵੀ ਦੇ ਵਿੱਚ ਜਦੋਂ ਪੰਜਾਬ ਨੂੰ ਬਰਤਾਨਵੀ ਸਾਮਰਾਜ ਦੇ ਵਿੱਚ ਮਿਲਾ ਲਿਆ ਗਿਆ ਤਾਂ ਉਸ ਤੋਂ ਬਾਅਦ ਦੌਰ ਸ਼ੁਰੂ ਹੋਇਆ ਸੋਸ਼ੀਓ ਰਿਲੀਜੀਅਸ ਰਿਫਾਰਮ ਮੂਵਮੈਂਟਸ ਦਾ, ਜਿਸ ਦੇ ਵਿੱਚ ਆਪਾਂ ਪੜ੍ਹਦੇ ਹਾਂ ਨਿਰੰਕਾਰੀ ਮੂਵਮੈਂਟ, ਨਾਮਧਾਰੀ ਮੂਵਮੈਂਟ, ਸਿੰਘ ਸਭਾ ਅਤੇ ਰਾਧਾ ਸਵਾਮੀ ਮੂਵਮੈਂਟ। ਅਤੇ ਫਰੀडम ਮੂਵਮੈਂਟਸ ਕਿਉਂ ਚਲਾਈਆਂ ਗਈਆਂ? ਬਰਤਾਨਵੀ ਸਾਮਰਾਜ ਤੋਂ ਪੰਜਾਬ ਇੰਡੀਆ ਨੂੰ ਜੋ ਹੈ ਉਸ ਤੋਂ ਛੁਟਕਾਰਾ ਪਾਉਣ ਲਈ, ਠੀਕ ਹੈ, ਤਾਂ ਜੋ ਬਰਤਾਨਵੀ ਸਾਮਰਾਜ ਤੋਂ ਇੰਡੀਆ ਦੀ ਗੁਲਾਮੀ ਨੂੰ ਇੰਡੀਆ ਨੂੰ ਜੋ ਹੈ ਗੁਲਾਮੀ ਤੋਂ ਹਟਾਇਆ ਜਾ ਸਕੇ, ਠੀਕ ਹੈ। ਤਾਂ ਇਹ ਇਸ ਦੇ ਵਿੱਚ ਹਨ ਜਲਿਆਂਵਾਲਾ ਬਾਗ ਮੈਸੇਕਰ, ਗਦਰ ਮੂਵਮੈਂਟ, ਨੌਜਵਾਨ ਸਭਾ ਅਤੇ ਗੁਰਦੁਆਰਾ ਰਿਫਾਰਮ ਮੂਵਮੈਂਟਸ। ਤਾਂ ਇਹਨਾਂ ਨੂੰ ਇੱਕ ਇੱਕ ਕਰਕੇ ਆਪਾਂ ਹੁਣ ਰੀਡ ਕਰਾਂਗੇ। ਸਭ ਤੋਂ ਪਹਿਲਾਂ ਕਈ ਪੰਜਾਬ ਦੇ ਵਿੱਚ ਜੋ ਮੂਵਮੈਂਟ ਸੀਗੀਆਂ ਸੋਸ਼ੀਓ ਰਿਲੀਜੀਅਸ ਰਿਫਾਰਮ ਮੂਵਮੈਂਟਸ, ਉਹਨਾਂ ਦੀ ਜੋ ਸ਼ੁਰੂਆਤ ਸੀ ਉਹ ਪੰਜਾਬ ਤੋਂ ਬਾਹਰੋਂ ਹੋਈ ਅਤੇ ਉਹ ਬਾਅਦ ਦੇ ਵਿੱਚ ਪੰਜਾਬ ਦੇ ਵਿੱਚ ਆਈਆਂ। ਅਤੇ ਕਈ ਮੂਵਮੈਂਟਸ ਪੰਜਾਬ ਦੇ ਵਿੱਚ ਹੀ ਸ਼ੁਰੂ ਹੋਈਆਂ, ਜਿਸ ਤਰ੍ਹਾਂ ਬ੍ਰਹਮੋ ਸਮਾਜ ਪੰਜਾਬ ਤੋਂ ਬਾਹਰੋਂ ਬੰਗਾਲ ਤੋਂ ਪੰਜਾਬ ਦੇ ਵਿੱਚ ਆਇਆ ਸੀ, ਠੀਕ ਹੈ। ਤਾਂ ਇਸ ਤਰ੍ਹਾਂ ਨਿਰੰਕਾਰੀ ਮੂਵਮੈਂਟ ਦੇ ਬਾਰੇ ਆਪਾਂ ਸਭ ਤੋਂ ਪਹਿਲਾਂ ਪੜ੍ਹਦੇ ਹਾਂ। ਨਿਰੰਕਾਰੀ ਮੂਵਮੈਂਟ ਬਾਬਾ ਦਿਆਲ ਸਿੰਘ ਜੀ ਨੇ ਜੋ ਹੈ ਇਸ ਦੀ ਸਥਾਪਨਾ ਕੀਤੀ ਸੀ। ਜਿਸ ਤਰ੍ਹਾਂ ਕਿ ਆਪਾਂ ਨਾਮ ਤੋਂ ਹੀ ਦੇਖ ਸਕਦੇ ਹਾਂ, ਨਿਰੰਕਾਰੀ ਕਿਸ ਤੋਂ ਆਇਆ ਹੈ? ਨਿਰੰਕਾਰ, ਰੱਬ ਦੇ ਨਿਰੰਕਾਰ ਰੂਪ ਦੇ ਵਿੱਚ। ਇਹਨਾਂ ਦਾ ਰੱਬ ਦੇ ਨਿਰੰਕਾਰ ਰੂਪ ਦੇ ਵਿੱਚ ਵਿਸ਼ਵਾਸ ਸੀ। ਜਿਸ ਤਰ੍ਹਾਂ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਕਹਿੰਦੇ ਸਨ ਕਿ ਪਰਮਾਤਮਾ ਨੂੰ ਕਿਸੇ ਵੀ ਫਾਰਮ ਦੇ ਵਿੱਚ ਇਮੈਜਿਨ ਨਹੀਂ ਕਰ ਸਕਦੇ। ਗੁਰੂ ਨਾਨਕ ਦੇਵ ਜੀ ਮਨੁੱਖ ਦੇ ਪਰਮਾਤਮਾ ਦੇ ਨਾਲ ਮਨ ਦੇ ਰਿਸ਼ਤੇ ਨੂੰ ਤਰਜੀਹ ਦਿੰਦੇ ਸਨ। ਤਾਂ ਉਸੇ ਤਰ੍ਹਾਂ ਦੀ ਗੱਲ ਹੀ ਬਾਬਾ ਦਿਆਲ ਵੀ ਕਰਦੇ ਸਨ। ਇਹਨਾਂ ਦਾ ਮੰਤਰ ਸੀ ਧੰਨ ਨਿਰੰਕਾਰ ਦੇਹਧਾਰੀ ਸਭ ਖਵਾਰ, ਠੀਕ ਹੈ। ਤਾਂ ਇਹ ਤੁਸੀਂ ਯਾਦ ਰੱਖ ਸਕਦੇ ਹੋ। ਇਹਨਾਂ ਨੇ ਰਾਵਲਪਿੰਡੀ ਵਿਖੇ ਆਪਣਾ ਜੋ ਹੈ ਦਰਬਾਰ ਐਸਟੈਬਲਿਸ਼ ਕੀਤਾ ਸੀ, ਠੀਕ ਹੈ, ਨਿਰੰਕਾਰੀ ਦਰਬਾਰ 1851 ਈਸਵੀ ਦੇ ਵਿੱਚ ਲੇਈ ਨਦੀ ਦੇ ਕਿਨਾਰੇ ਤੇ। ਤਾਂ ਇਸ ਨਦੀ ਦਾ ਨਾਮ ਤੁਸੀਂ ਯਾਦ ਰੱਖਣਾ ਹੈ, ਰਾਈਟ। ਐਂਡ ਹੀ ਵਾਸ ਸਕਸੀਡਡ ਬਾਈ ਹਿਜ਼ ਐਲਡੈਸਟ ਸਨ ਬਾਬਾ ਦਰਬਾਰਾ ਸਿੰਘ, ਠੀਕ ਹੈ। ਤਾਂ ਇਸ ਤੋਂ ਬਾਅਦ ਆਪਣੇ ਕੋਲ ਹੈ ਨਾਮਧਾਰੀ ਮੂਵਮੈਂਟ। ਨਾਮਧਾਰੀ ਮੂਵਮੈਂਟ ਬਾਬਾ ਬਾਲਕ ਨਾਥ ਨੇ ਚਲਾਈ ਸੀ, ਠੀਕ ਹੈ। ਇਹ ਮਤਲਬ ਬਹੁਤ ਹੀ ਸ਼ਾਂਤ ਸੁਭਾਅ ਦੇ ਸਨ, ਠੀਕ ਹੈ। ਇਹਨਾਂ ਦਾ ਮੂਰਤੀ ਪੂਜਾ ਦੇ ਵਿੱਚ ਕੋਈ ਵਿਸ਼ਵਾਸ ਨਹੀਂ ਸੀ। ਧਾਰਮਿਕ ਕਰਮ ਕਾਂਡਾਂ ਦੇ ਵਿੱਚ ਇਹਨਾਂ ਨੂੰ ਕੋਈ ਦਿਲਚਸਪੀ ਨਹੀਂ ਸੀ, ਠੀਕ ਹੈ। ਇਹ ਉੱਚੀ ਆਵਾਜ਼ ਦੇ ਵਿੱਚ ਪਰਮਾਤਮਾ ਦਾ ਨਾਮ ਉਚਾਰਦੇ ਸਨ। ਇਸ ਕਰਕੇ ਇਹਨਾਂ ਨੂੰ ਕੂਕੇ ਕਿਹਾ ਜਾਂਦਾ ਸੀ। ਇਹਨਾਂ ਨੂੰ ਅਤੇ ਇਹਨਾਂ ਦੇ ਜੋ ਅਨੁਯਾਈ ਸਨ, ਇਹਨਾਂ ਦੇ ਫੋਲੋਅਰਸ ਨੂੰ ਕੂਕੇ ਕਿਹਾ ਜਾਂਦਾ ਸੀ। ਉਂਝ ਬਾਬਾ ਬਾਲਕ ਨਾਥ ਆਪਣੇ ਜੋ ਅਨੁਯਾਈ ਸਨ ਉਹਨਾਂ ਨੂੰ ਜਿਗਿਆਸੂ ਕਹਿੰਦੇ ਸਨ। ਜਿਗਿਆਸੂ ਦਾ ਮਤਲਬ ਹੈ ਜੋ ਜਾਣਨ ਦੀ ਇੱਛਾ ਰੱਖਦਾ ਹੋਵੇ, ਰਾਈਟ। ਤਾਂ ਇਸ ਤੋਂ ਬਾਅਦ ਆਪਣੇ ਕੋਲ ਆਉਂਦੀ ਹੈ ਸਿੰਘ ਸਭਾ ਲਹਿਰ। ਸਿੰਘ ਸਭਾ ਲਹਿਰ ਕਿਉਂ ਚਲਾਈ ਗਈ ਸੀ? 1849 ਈਸਵੀ ਦੇ ਵਿੱਚ ਪੰਜਾਬ ਨੂੰ ਜਦੋਂ ਬਰਤਾਨਵੀ ਸਾਮਰਾਜ ਦੇ ਵਿੱਚ ਮਿਲਾ ਲਿਆ ਗਿਆ ਤਾਂ ਦੌਰ ਸ਼ੁਰੂ ਹੋਇਆ ਈਸਾਈ ਧਰਮ ਦਾ ਪ੍ਰਚਾਰ ਕਰਨ ਦਾ। ਇਹ ਮੁਹਿੰਮ ਅੰਗਰੇਜ਼ਾਂ ਨੇ ਬਹੁਤ ਹੀ ਇਸ ਨੂੰ ਜੋ ਹੈ ਤੀਵਰ ਕਰਨ ਦੇ ਲਈ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ, ਠੀਕ ਹੈ। ਤਾਂ ਲੋਕਾਂ ਨੂੰ, ਸਿੱਖਾਂ ਨੂੰ ਜੋ ਹੈ ਈਸਾਈ ਧਰਮ ਦੇ ਵਿੱਚ ਕਨਵਰਟ ਕੀਤਾ ਜਾ ਰਿਹਾ ਸੀ। 1853 ਈਸਵੀ ਦੇ ਵਿੱਚ ਪੰਜਾਬ ਦੇ ਅਖੀਰਲੇ ਜੋ ਸਿੱਖ ਰੂਲਰ ਸਨ, ਰਾਜਾ ਦਲੀਪ ਸਿੰਘ, ਉਹਨਾਂ ਨੂੰ ਜੋ ਹੈ ਈਸਾਈ ਧਰਮ ਦੇ ਵਿੱਚ ਕਨਵਰਟ ਕਰਨ ਦੀ ਜੋ ਹੈ ਕੋਸ਼ਿਸ਼ ਕੀਤੀ ਗਈ, ਠੀਕ ਹੈ। ਤਾਂ ਇਸ ਤਰ੍ਹਾਂ ਸਿੱਖਾਂ ਦੇ ਵਿੱਚ ਜੋ ਹੈ ਰੋਸ ਦੀ ਲਹਿਰ ਫੈਲ ਗਈ। ਤਾਂ ਸਿੱਖਾਂ ਨੇ ਕੀ ਕੀਤਾ? 1873 ਈਸਵੀ ਦੇ ਵਿੱਚ ਉਹਨਾਂ ਨੇ ਆਪਣੀ ਇੱਕ ਸੰਸਥਾ ਬਣਾਈ, ਸ਼੍ਰੀ ਗੁਰੂ ਸਿੰਘ ਸਭਾ। ਉਹਨਾਂ ਨੇ ਆਪਣੀ ਇੱਕ ਐਸੋਸੀਏਸ਼ਨ ਬਣਾਈ, ਸ਼੍ਰੀ ਗੁਰੂ ਸਿੰਘ ਸਭਾ। ਅਕਾਲ ਤਖਤ ਦੇ ਉੱਤੇ ਉਹਨਾਂ ਨੇ ਪਹਿਲਾਂ ਆਪਣੀ ਮੀਟਿੰਗ ਕੀਤੀ ਅਤੇ ਉਸ ਤੋਂ ਬਾਅਦ ਸ਼੍ਰੀ ਗੁਰੂ ਸਿੰਘ ਸਭਾ ਉਹਨਾਂ ਨੇ ਬਣਾਈ। ਇਸ ਦਾ ਮੰਤਵ ਸੀ ਸਿੱਖੀ ਦੇ ਵਿੱਚ ਜੋ ਮਨੁੱਖ ਦਾ ਖੋਇਆ ਹੋਇਆ ਵਿਸ਼ਵਾਸ ਹੈ ਉਸ ਨੂੰ ਮੁੜ ਐਸਟੈਬਲਿਸ਼ ਕਰਨਾ ਅਤੇ ਸਿੱਖੀ ਦੀ ਜੋ ਖੋਈ ਹੋਈ ਪਹਿਚਾਨ ਹੈ ਉਸ ਨੂੰ ਉੱਚੇ ਪਹੁੰਚਾਉਣਾ, ਮੁੜ ਤੋਂ ਉਸ ਨੂੰ ਜੋ ਹੈ ਆਪਣੀ ਪੋਜੀਸ਼ਨ ਨੂੰ ਫਿਰ ਅਕਵਾਇਰ ਕਰਨਾ, ਰਾਈਟ। ਤਾਂ ਇਸ ਲਈ ਉਹਨਾਂ ਨੇ ਬਹੁਤ ਸਾਰੇ ਯਤਨ ਕੀਤੇ, ਠੀਕ ਹੈ। ਤਾਂ ਇਸ ਮੀਟਿੰਗ ਦੇ ਤੁਸੀਂ ਸਰਦਾਰ ਦਾ ਨਾਮ ਯਾਦ ਰੱਖਣਾ ਹੈ, ਸਰਦਾਰ ਠਾਕੁਰ ਸਿੰਘ ਸੰਧਾਵਾਲੀਆ, ਠੀਕ ਹੈ, ਸਿੰਘ ਸਭਾ ਦੀ ਜੋ ਹੋਈ ਸੀ, ਠੀਕ ਹੈ। ਤਾਂ ਉਸ ਤੋਂ ਬਾਅਦ ਇਹਨਾਂ ਦੇ ਜੋ ਮੋਟਿਵ ਸਨ, ਇਹਨਾਂ ਨੇ ਰਿਲੀਜੀਅਸ ਅਤੇ ਜੋ ਇਤਿਹਾਸ ਦੀਆਂ ਕਿਤਾਬਾਂ ਸਨ ਉਹ ਛਪਵਾਈਆਂ
ਤਾਂ ਜੋ ਲੋਕਾਂ ਨੂੰ ਆਪਣੇ ਇਤਿਹਾਸ ਦੇ ਬਾਰੇ ਪਤਾ ਲੱਗੇ, ਲੋਕ ਉਸ ਦੇ ਬਾਰੇ ਜਾਣਨ ਅਤੇ ਉਸ ਤੇ ਮਾਣ ਕਰਨ। ਠੀਕ ਹੈ, ਜੋ ਅਜੋਕਾ ਗਿਆਨ ਹੈ, ਮਾਡਰਨ ਨੌਲੇਜ ਹੈ, ਉਸ ਨੂੰ ਗੁਰਮੁਖੀ ਦੇ ਰਾਹੀਂ ਲੋਕਾਂ ਦੇ ਵਿੱਚ ਫੈਲਾਉਣ ਦੀ ਕੋਸ਼ਿਸ਼ ਕੀਤੀ ਗਈ। ਬਹੁਤ ਸਾਰੀਆਂ ਮੈਗਜ਼ੀਨਸ, ਰਸਾਲੇ ਐਂਡ ਬਹੁਤ ਸਾਰੀਆਂ ਕਿਤਾਬਾਂ ਛਪਵਾਈਆਂ ਗਈਆਂ, ਲੋਕਾਂ ਕੋਲ ਪਹੁੰਚਾਈਆਂ ਗਈਆਂ। ਗੁਰਮੁਖੀ ਅਤੇ ਇੰਗਲਿਸ਼ ਦੋਨਾਂ ਦੇ ਵਿੱਚ ਜੋ ਹੈ ਇਹਨਾਂ ਨੂੰ ਛਪਵਾਇਆ ਗਿਆ। ਐਂਡ ਇਹਨਾਂ ਨੇ ਇੱਕ ਅੰਜੁਮਨੇ ਪੰਜਾਬ ਦੀ ਸਥਾਪਨਾ ਕੀਤੀ ਸੀ, ਜਿਸ ਦੇ ਵਿੱਚ ਇੰਗਲਿਸ਼ ਜੋ ਬੁੱਕਸ ਸਨ ਉਹਨਾਂ ਦਾ ਪੰਜਾਬੀ ਦੇ ਵਿੱਚ ਅਨੁਵਾਦ ਕੀਤਾ ਜਾਂਦਾ ਸੀ, ਤਾਂ ਕਿ ਲੋਕਾਂ ਦੇ ਵਿੱਚ ਇਹਨਾਂ ਨੂੰ ਜੋ ਹੈ ਸਰਕੂਲੇਟ ਈਜ਼ੀਲੀ ਕੀਤਾ ਜਾ ਸਕੇ, ਲੋਕ ਇਹਨਾਂ ਨੂੰ ਈਜ਼ੀਲੀ ਪੜ੍ਹ ਸਕਣ। ਠੀਕ ਹੈ, ਤਾਂ ਇਹ ਤੁਸੀਂ ਜੋ ਹੈ ਯਾਦ ਰੱਖਣਾ ਹੈ। ਇਹਨਾਂ ਨੇ ਖਾਲਸਾ ਸਕੂਲ ਖੁਲਵਾਏ ਸਨ ਸਿੰਘ ਸਭਾ ਲਹਿਰ ਨੇ, ਤਾਂ ਜੋ ਬੱਚਿਆਂ ਨੂੰ ਜੋ ਹੈ, ਜੋ ਮਾਡਰਨ ਜਨਰੇਸ਼ਨ ਹੈ, ਆਉਣ ਵਾਲੀ ਜਨਰੇਸ਼ਨ ਹੈ, ਉਹਨਾਂ ਨੂੰ ਸਿੱਖਾਂ ਦੀ ਜੋ ਹਿਸਟਰੀ ਹੈ ਉਸ ਦੇ ਬਾਰੇ ਜਾਣਕਾਰੀ ਦਿੱਤੀ ਜਾ ਸਕੇ, ਪੰਜਾਬ ਦੇ ਬਾਰੇ ਜਾਣਕਾਰੀ ਦਿੱਤੀ ਜਾ ਸਕੇ ਅਤੇ ਸਿੱਖੀ ਦੇ ਵਿੱਚ ਫੇਥ ਨੂੰ ਮੁੜ ਐਸਟੈਬਲਿਸ਼ ਕੀਤਾ ਜਾ ਸਕੇ। ਉਸ ਤੋਂ ਬਾਅਦ ਆਪਾਂ ਕਰਦੇ ਹਾਂ ਰਾਧਾ ਸਵਾਮੀ ਮੂਵਮੈਂਟ। ਰਾਧਾ ਸਵਾਮੀ ਮੂਵਮੈਂਟ ਆਗਰਾ ਦੇ ਸ਼ਿਵ ਦਿਆਲ ਜੀ ਨੇ ਜੋ ਹੈ ਇਸ ਦੀ ਸਥਾਪਨਾ ਕੀਤੀ ਸੀ। ਉਹ ਇੱਕ ਬੈਂਕਰ ਸਨ। ਠੀਕ ਹੈ, ਉਹ ਮਨੁੱਖ ਦੇ ਜੋ ਮਨ ਦਾ ਰਿਸ਼ਤਾ ਹੈ ਰੱਬ ਦੇ ਨਾਲ, ਉਸ ਨੂੰ ਤਰਜੀਹ ਦਿੰਦੇ ਸਨ। ਰਾਈਟ, ਤਾਂ ਆਲਮੋਸਟ ਇਹ ਸਾਰੇ ਇੱਕੋ ਜਿਹੀਆਂ ਹੀ ਗੱਲਾਂ ਜੋ ਹੈ ਕਰਦੇ ਸਨ ਰਿਫਾਰਮ ਮੂਵਮੈਂਟਸ ਦੇ ਜੋ ਆਗੂ ਸਨ। ਠੀਕ ਹੈ, ਤਾਂ ਹੀ ਵਾਸ ਹਾਈਲੀ ਇਨਫਲੂਐਂਸਡ ਬਾਈ ਦਾ ਟੀਚਿੰਗਸ ਆਫ ਆਦਿ ਗ੍ਰੰਥ। ਇਹਨਾਂ ਨੇ ਇੱਕ ਅਜਿਹੇ ਮਤ ਦੀ ਸਥਾਪਨਾ ਕੀਤੀ ਜਿਸ ਦੇ ਵਿੱਚ ਹਿੰਦੂ ਧਰਮ ਅਤੇ ਸਿੱਖ ਧਰਮ ਦੋਨਾਂ ਦੇ ਤੱਤ ਸ਼ਾਮਿਲ ਸਨ। ਠੀਕ ਹੈ, ਇਹ ਪਰਮਾਤਮਾ ਦੇ ਪ੍ਰਤੱਖ ਰੂਪ ਦੇ ਵਿੱਚ, ਗੁਰੂ ਦੇ ਪ੍ਰਤੱਖ ਰੂਪ ਦੇ ਵਿੱਚ ਇਹ ਵਿਸ਼ਵਾਸ ਰੱਖਦੇ ਸਨ। ਇਹ ਇੱਕ ਦੂਸਰੇ ਨੂੰ ਜੋ ਇਸ ਦੇ ਫਾਲੋਅਰ ਸਨ ਰਾਧਾ ਸਵਾਮੀ ਮੂਵਮੈਂਟ ਦੇ, ਉਹ ਇੱਕ ਦੂਸਰੇ ਨੂੰ ਰਾਧਾ ਸਵਾਮੀ ਕਹਿ ਕੇ ਹੀ ਨਮਸਕਾਰ ਕਰਦੇ ਸਨ, ਜੋ ਕਿ ਤੁਸੀਂ ਅੱਜ ਵੀ ਦੇਖਿਆ ਹੋਵੇਗਾ। ਇਹਨਾਂ ਦੇ ਕਾਫੀ ਫਾਲੋਅਰਸ ਅੱਜ ਵੀ ਹਨ, ਹੈਗੇ ਨੇ। ਠੀਕ ਹੈ, ਤਾਂ ਉਸ ਤੋਂ ਬਾਅਦ ਇਹਨਾਂ ਨੇ ਜੋ ਹੈ ਸ਼ਿਵ ਦਿਆਲ ਜੀ ਦੀ ਡੈਥ ਤੋਂ ਬਾਅਦ ਰਾਧਾ ਸਵਾਮੀ ਮੂਵਮੈਂਟ ਜੋ ਹੈ 2 ਪਾਰਟਸ ਦੇ ਵਿੱਚ ਡਿਵਾਈਡ ਹੋ ਜਾਂਦਾ ਹੈ। ਜੋ ਇਸ ਦਾ ਮੇਨ ਸੈਂਟਰ ਹੁੰਦਾ ਹੈ ਉਹ ਆਗਰਾ ਵਿਖੇ ਹੀ ਰਹਿੰਦਾ ਹੈ। ਇਹਨਾਂ ਦਾ ਇੱਕ ਡਿਸਾਈਪਲ ਸੀ, ਉਸਨੇ ਬਿਆਸ ਨਦੀ ਦੇ ਕੰਢੇ ਤੇ ਇਸ ਦਾ ਇੱਕ ਹੋਰ ਜੋ ਹੈ ਸੈਂਟਰ ਐਸਟੈਬਲਿਸ਼ ਕੀਤਾ ਸੀ। ਠੀਕ ਹੈ, ਰਿਵਰ ਬਿਆਸ ਦੇ ਕੰਢੇ ਤੇ ਉਹਨਾਂ ਦੇ ਡਿਸਾਈਪਲ ਦਾ ਨਾਮ ਸੀ ਸ਼ਿਵ ਦਿਆਲ। ਠੀਕ ਹੈ, ਤਾਂ ਇਹ ਦੋਨੇ ਜੋ ਸੈਂਟਰ ਸਨ ਇੱਕ ਦੂਸਰੇ ਤੋਂ ਇੰਡੀਪੈਂਡੈਂਟਲੀ ਕੰਮ ਕਰਦੇ ਸਨ। ਠੀਕ ਹੈ, ਐਂਡ ਇੱਕ ਹੋਰ ਗੱਲ ਯਾਦ ਰੱਖਣੀ ਹੈ ਕਿ ਰਾਧਾ ਸਵਾਮੀ ਮੂਵਮੈਂਟਸ ਦੇ ਲੋਕਾਂ ਦਾ ਕੀਰਤਨ ਦੇ ਵਿੱਚ ਕੋਈ ਵਿਸ਼ਵਾਸ ਨਹੀਂ ਸੀ। ਇਹ ਭਜਨ ਕੀਰਤਨ ਨਹੀਂ ਕਰਦੇ ਸਨ, ਕਿਉਂਕਿ ਇਹਨਾਂ ਦਾ ਵਿਸ਼ਵਾਸ ਸੀ ਕਿ ਧੁਨੀ ਜੋ ਹੁੰਦੀ ਹੈ, ਜੋ ਮਿਊਜ਼ਿਕ ਹੈ, ਸਵਰ ਜੋ ਜੋ ਹਨ, ਉਹ ਮਨੁੱਖ ਦੇ ਮਨ ਨੂੰ ਭਟਕਾਉਂਦੇ ਹਨ ਅਤੇ ਜੋ ਮੰਤਰਾਂ ਦਾ ਅਸਲ ਮੀਨਿੰਗ ਹੁੰਦਾ ਹੈ ਉਸ ਤੋਂ ਮਨੁੱਖ ਜੋ ਹੈ ਵਾਂਝਾ ਰਹਿ ਜਾਂਦਾ ਹੈ। ਜਦੋਂ ਆਪਾਂ ਕੀਰਤਨ ਕਰਦੇ ਹੋਏ ਮਿਊਜ਼ਿਕ ਵੱਜ ਰਿਹਾ ਹੁੰਦਾ ਹੈ ਤੇ ਆਪਾਂ ਰੱਬ ਦਾ ਨਾਮ ਲੈਂਦੇ ਆ, ਤਾਂ ਇਹਨਾਂ ਦਾ ਵਿਸ਼ਵਾਸ ਸੀ ਕਿ ਰੱਬ ਦਾ ਨਾਮ ਦੇ ਵਿੱਚ ਉਸ ਟਾਈਮ ਬੰਦੇ ਦੀ ਕੋਈ ਧਿਆਨ ਨਹੀਂ ਹੁੰਦਾ, ਮਿਊਜ਼ਿਕ ਤੇ ਹੀ ਧਿਆਨ ਹੁੰਦਾ ਹੈ। ਰਾਈਟ, ਤਾਂ ਇਸ ਤਰ੍ਹਾਂ ਇਹਨਾਂ ਦਾ ਜੋ ਹੈ ਕੀਰਤਨ ਦੇ ਵਿੱਚ ਇਹ ਕੋਈ ਵਿਸ਼ਵਾਸ ਨਹੀਂ ਰੱਖਦੇ ਸਨ। ਇਸ ਤੋਂ ਬਾਅਦ ਆਪਣੇ ਕੋਲ ਆਉਂਦੀਆਂ ਹਨ ਫਰੀडम ਮੂਵਮੈਂਟਸ। ਫਰੀडम ਦੇ ਲਈ ਬਰਤਾਨਵੀ ਸਾਮਰਾਜ ਤੋਂ ਜੋ ਭਾਰਤ ਦੀ ਗੁਲਾਮੀ, ਭਾਰਤ ਨੂੰ ਜੋ ਹੈ ਗੁਲਾਮੀ ਤੋਂ ਆਜ਼ਾਦ ਕਰਾਉਣ ਦੇ ਵਾਸਤੇ ਜੋ ਮੂਵਮੈਂਟਸ ਛੇੜੀਆਂ ਗਈਆਂ। ਰਾਈਟ, ਤਾਂ ਪੰਜਾਬ ਜੋ ਹੈ ਪੀਰਾਂ, ਫਕੀਰਾਂ, ਸੂਰਬੀਰਾਂ ਅਤੇ ਜੋ ਹੈ ਯੋਧਿਆਂ ਦੀ ਧਰਤੀ ਰਹੀ ਹੈ। ਪੰਜਾਬ ਤੇ ਜਦੋਂ ਵੀ ਕਿਸੇ ਨੇ ਬਾਹਰੋਂ ਹਮਲਾ ਕੀਤਾ ਤਾਂ ਸਭ ਤੋਂ ਪਹਿਲਾਂ ਪੰਜਾਬ ਦੇ ਯੋਧੇ ਖੜੇ ਹੋਏ ਆਪਣੇ ਦੇਸ਼ ਦੀ ਰੱਖਿਆ ਕਰਨ ਵਾਸਤੇ। ਤਾਂ ਉਸੇ ਤਰ੍ਹਾਂ ਜਦੋਂ ਬਰਤਾਨਵੀ ਸਾਮਰਾਜ ਪੰਜਾਬ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਲੈਂਦਾ ਹੈ ਤਾਂ ਉਸ ਤੋਂ ਬਾਅਦ ਬਹੁਤ ਸਾਰੇ ਜੋ ਨੌਜਵਾਨ ਹਨ ਉਹ ਅੱਗੇ ਆਉਂਦੇ ਹਨ ਆਪਣੀ ਮਾਤ ਭੂਮੀ ਦੀ ਰੱਖਿਆ ਕਰਨ ਵਾਸਤੇ, ਆਪਣੀ ਮਾਤ ਭੂਮੀ ਨੂੰ ਗੁਲਾਮੀ ਤੋਂ ਆਜ਼ਾਦ ਕਰਾਉਣ ਵਾਸਤੇ। ਠੀਕ ਹੈ, ਤਾਂ ਕਿੰਨੇ ਹੀ ਜੋ ਨੌਜਵਾਨ ਹਨ, ਕਿੰਨੇ ਹੀ ਜੋ ਦੇਸ਼ ਭਗਤ ਹਨ, ਕ੍ਰਾਂਤੀਕਾਰੀ ਹਨ, ਜੋ ਆਪਣੇ ਦੇਸ਼ ਨੂੰ ਆਜ਼ਾਦ ਕਰਾਉਣ ਵਾਸਤੇ ਹੱਸਦੇ ਹੱਸਦੇ ਫਾਂਸੀ ਤੇ ਝੂਲ ਗਏ, ਉਹਨਾਂ ਦੇ ਨਾਮ ਅਸੀਂ ਲੈ ਸਕਦੇ ਹਾਂ। ਤਾਂ ਸਭ ਤੋਂ ਪਹਿਲਾਂ ਆਪਾਂ ਕਰਦੇ ਹਾਂ ਜਲਿਆਂਵਾਲਾ ਬਾਗ ਮੈਸੇਕਰ। ਤਾਂ ਪੰਜਾਬ ਦੇ ਇਤਿਹਾਸ ਦੀ ਬਹੁਤ ਹੀ ਜੋ ਹੈ ਦੁਖਦਾਈ ਘਟਨਾ, ਫਰੀडम ਸਟਰਗਲ ਦੀ ਬਹੁਤ ਹੀ ਦੁਖਦਾਈ ਘਟਨਾ, ਇੱਕ ਬਹੁਤ ਹੀ ਅਹਿਮ ਘਟਨਾ ਜਿਸ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਸੀ। ਜਲਿਆਂਵਾਲਾ ਬਾਗ ਦੇ ਵਿੱਚ 13 ਅਪ੍ਰੈਲ 1919 ਈਸਵੀ ਦੇ ਵਿੱਚ ਲੋਕ ਇਕੱਠੇ ਹੋਏ ਸਨ ਤਾਂ ਜੋ ਡਾਕਟਰ ਸਤਪਾਲ ਅਤੇ ਡਾਕਟਰ ਕਿਚਲੂ ਦੀ ਜੋ ਗ੍ਰਿਫਤਾਰੀ ਸਰਕਾਰ ਨੇ ਕੀਤੀ ਸੀ ਉਸ ਦੇ ਵਿਰੋਧ ਦੇ ਵਿੱਚ ਆਪਣਾ ਰੋਸ ਮੁਜ਼ਾਹਰਾ ਕਰਨ ਦੇ ਲਈ ਲੋਕ ਇਕੱਠੇ ਹੁੰਦੇ ਹਨ। ਉਹ ਬਹੁਤ ਹੀ ਸ਼ਾਂਤੀਪੂਰਵਕ ਢੰਗ ਦੇ ਨਾਲ ਬੈਠੇ ਹੁੰਦੇ ਹਨ। ਉਹਨਾਂ ਦਾ ਕੋਈ ਮੰਤਵ ਨਹੀਂ ਹੁੰਦਾ ਕਿ ਸਰਕਾਰ ਦੇ ਖਿਲਾਫ ਕੁਝ ਸਾਜ਼ਿਸ਼ ਰਚਣੀ ਹੈ ਜਾਂ ਕੁਝ ਵੀ ਕਰਨਾ ਹੈ। ਠੀਕ ਹੈ,
ਤਾਂ ਸਰਕਾਰ ਨੇ ਜੋ ਇਹ ਹੁਕਮ ਚਲਾਇਆ ਹੋਇਆ ਸੀ ਕਿ ਪਬਲਿਕ ਮੀਟਿੰਗਸ ਜੋ ਨਹੀਂ ਕਰਨੀਆਂ, ਪੰਜਾਬ ਸਰਕਾਰ ਨੇ ਇਹ ਹੁਕਮ ਜਾਰੀ ਕੀਤਾ ਹੋਇਆ ਸੀ ਪਬਲਿਕ ਮੀਟਿੰਗਸ ਨਾ ਕਰਨ ਬਾਰੇ। ਤਾਂ ਉਸ ਦੇ ਵਿਰੋਧ ਦੇ ਵਿੱਚ, ਉਸ ਦੇ ਬਾਰੇ ਜੋ ਹੈ ਵਿਰੋਧ ਪ੍ਰਗਟ ਕਰਨ ਦੇ ਲਈ ਵੀ ਲੋਕ ਇੱਥੇ ਸ਼ਾਂਤੀਪੂਰਵਕ ਢੰਗ ਦੇ ਨਾਲ ਇਕੱਠੇ ਹੋਏ ਸਨ। ਤਾਂ ਇਸ ਟਾਈਮ ਦੇ ਵਿੱਚ ਜੋ ਸਭ ਤੋਂ ਦੁੱਖ ਵਾਲੀ ਜੋ ਗੱਲ ਸੀ ਜਦੋਂ ਬਰਤਾਨਵੀ ਸਾਮਰਾਜ ਦਾ ਰਾਜ ਸੀ, ਉਹ ਸੀ ਕਿ ਪੰਜਾਬ ਦੇ ਜਾਂ ਇੰਡੀਆ ਦੇ ਲੋਕ ਹੀ, ਕੁਝ ਲੋਕ ਅਜਿਹੇ ਸਨ ਜੋ ਅੰਗਰੇਜ਼ਾਂ ਦਾ ਸਾਥ ਦੇ ਰਹੇ ਸਨ, ਰਾਈਟ। ਅੰਗਰੇਜ਼ਾਂ ਨੂੰ ਪੰਜਾਬ ਭਾਰਤ ਦੇ ਜੋ ਲੋਕਾਂ ਦੀਆਂ ਕ੍ਰਾਂਤੀਕਾਰੀ ਗਤੀਵਿਧੀਆਂ ਸਨ ਜਾਂ ਕੁਝ ਵੀ ਉਹ ਆਪਣੇ ਦੇਸ਼ ਨੂੰ ਛੁਡਾਉਣ ਦੇ ਲਈ ਜੋ ਵੀ ਪਲਾਨ ਕਰਦੇ ਸਨ, ਕੋਈ ਨਾ ਕੋਈ ਜਾ ਕੇ ਬਰਤਾਨਵੀ ਸਾਮਰਾਜ ਨੂੰ ਦੱਸ ਦਿੰਦਾ ਸੀ, ਠੀਕ ਹੈ। ਤਾਂ ਉਹਨਾਂ ਨੂੰ ਮੁਖਬਿਰ ਕਹਿੰਦੇ ਸਨ। ਤਾਂ ਇਸ ਟਾਈਮ ਵੀ ਜਦੋਂ ਇਹ ਸਭਾ ਚੱਲ ਰਹੀ ਸੀ ਤਾਂ ਇੱਕ ਮੁਖਬਿਰ ਸੀ ਜਿਸ ਨੂੰ ਇਸ ਸਭ ਦਾ ਪਤਾ ਸੀ, ਤਾਂ ਉਹ ਜਾ ਕੇ ਅੰਗਰੇਜ਼ ਸਰਕਾਰ ਨੂੰ ਦੱਸ ਦਿੰਦਾ ਹੈ। ਤਾਂ ਰੈਜੀਨਾਲਡ ਡਾਇਰ ਜੋ ਹੈ ਆਪਣੇ ਸੈਨਿਕਾਂ ਨੂੰ ਲੈ ਕੇ, ਆਪਣੀਆਂ ਫੌਜਾਂ ਨੂੰ ਲੈ ਕੇ ਜਲਿਆਂਵਾਲਾ ਬਾਗ ਦੀ ਇੱਕ ਛੋਟਾ ਜਿਹਾ ਰਸਤਾ ਹੈ, ਜਿੱਥੋਂ ਇੱਕੋ ਹੀ ਰਸਤਾ ਹੈ ਉੱਥੇ ਅੰਦਰ ਜਾਣ ਤੇ ਬਾਹਰ ਨਿਕਲਣ ਦਾ। ਤਾਂ ਉੱਥੋਂ ਜੋ ਹੈ ਬਹੁਤ ਹੀ ਤੰਗ ਰਸਤੇ ਦੇ ਵਿੱਚੋਂ ਰੈਜੀਨਾਲਡ ਡਾਇਰ ਆਪਣੇ ਫੌਜ ਦੇ ਨਾਲ ਐਂਟਰ ਕਰਦਾ ਹੈ ਅਤੇ ਦੇਖਦਾ ਹੈ ਕਿ ਲੋਕ ਜੋ ਹੈ ਮੀਟਿੰਗ ਦੇ ਵਿੱਚ ਬਹੁਤ ਸਾਰੇ ਲੋਕ ਉਸ ਟਾਈਮ ਤੇ ਪ੍ਰੈਜ਼ੈਂਟ ਹੁੰਦੇ ਹਨ। ਜਲਿਆਂਵਾਲਾ ਬਾਗ ਦੇ ਵਿੱਚ ਔਰਤਾਂ, ਬੱਚੇ, ਬੁੱਢੇ, ਹਰ ਕਿਸਮ ਦੇ ਲੋਕ ਉੱਥੇ ਪ੍ਰੈਜ਼ੈਂਟ ਹੁੰਦੇ ਹਨ, ਠੀਕ ਹੈ। ਤਾਂ ਉੱਥੇ ਜੋ ਹੈ ਉਹ ਬਿਨਾਂ ਕਿਸੇ ਚੇਤਾਵਨੀ ਦੇ ਆਪਣੇ ਫੌਜਾਂ ਨੂੰ ਜੋ ਹੈ ਗੋਲੀ ਚਲਾਉਣ ਦਾ ਹੁਕਮ ਦੇ ਦਿੰਦਾ ਹੈ। ਲੋਕਾਂ ਦੇ ਵਿੱਚ ਭਗਦੜ ਮਚ ਜਾਂਦੀ ਹੈ, ਵੱਡੀ ਗਿਣਤੀ ਦੇ ਵਿੱਚ ਲੋਕ ਜੋ ਹੈ ਸ਼ਹੀਦ ਹੋ ਜਾਂਦੇ ਹਨ। ਲੋਕ ਉੱਥੇ ਸਥਿਤ ਜੋ ਉੱਥੇ ਸਥਿਤ ਖੂਹ ਹੈ, ਜਿਸ ਨੂੰ ਬਾਅਦ ਦੇ ਵਿੱਚ ਖੂਨੀ ਖੂਹ ਦਾ ਨਾਮ ਦਿੱਤਾ ਗਿਆ, ਉਸ ਦੇ ਵਿੱਚ ਲੋਕਾਂ ਨੇ ਛਾਲਾਂ ਮਾਰ ਦਿੱਤੀਆਂ ਆਪਣੀਆਂ ਜਾਨਾਂ ਦੀ ਜੋ ਹੈ ਰਾਖੀ ਕਰਨ ਦੇ ਲਈ। ਤਾਂ ਬਹੁਤ ਸਾਰੇ ਲੋਕ ਜ਼ਖਮੀ ਹੋ ਗਏ। ਤਾਂ ਹਿੰਦੁਸਤਾਨ ਦੇ ਇਤਿਹਾਸ ਦੇ ਵਿੱਚ, ਮਤਲਬ ਪੂਰੇ ਦੁਨੀਆ ਦੇ ਇਤਿਹਾਸ ਦੇ ਵਿੱਚ ਕਹਿ ਸਕਦੇ ਹਾਂ ਕਿ ਅਜਿਹੀ ਘਟਨਾ ਨਹੀਂ ਮਿਲਦੀ ਜਿੱਥੇ ਕਿ ਇਸ ਤਰ੍ਹਾਂ ਦਾ ਮਤਲਬ ਬਰਬਰਤਾ ਕੀਤੀ ਗਈ ਹੋਵੇ, ਰਾਈਟ। ਤਾਂ ਇਸ ਘਟਨਾ ਦੇ ਵਿਰੋਧ ਦੇ ਵਿੱਚ ਰਵਿੰਦਰਨਾਥ ਟੈਗੋਰ ਨੇ ਆਪਣਾ ਨਾਈਟਹੁੱਡ ਦੀ ਜੋ ਉਪਾਧੀ ਸੀ ਉਹ ਅੰਗਰੇਜ਼ ਸਰਕਾਰ ਨੂੰ ਵਾਪਿਸ ਦੇ ਦਿੱਤੀ ਸੀ, ਰਾਈਟ। ਤਾਂ ਇਸ ਘਟਨਾ ਤੋਂ ਬਾਅਦ ਬਰਤਾਨਵੀ ਸਾਮਰਾਜ ਨੇ ਹੰਟਰ ਕਮਿਸ਼ਨ ਦਾ ਉਹ ਕੀਤਾ, ਹੰਟਰ ਕਮਿਸ਼ਨ ਬਿਠਾਇਆ ਸੀ, ਜਿਸ ਦਾ ਮੋਟਿਵ ਸੀ ਕਿ ਜੋ ਪੰਜਾਬ ਦੇ ਵਿੱਚ ਵਾਰਦਾਤ ਹੋਈ ਹੈ ਉਸ ਦੀ ਘਟਨਾ ਦੇ ਬਾਰੇ ਜਾਇਜ਼ਾ ਲਿੱਤਾ ਜਾ ਸਕੇ। ਰੈਜੀਨਾਲਡ ਡਾਇਰ ਨੂੰ ਦੋਸ਼ੀ ਤਾਂ ਪਾਇਆ ਗਿਆ, ਉਹਨਾਂ ਨੇ ਜੋ ਹੈ ਰੈਜੀਨਾਲਡ ਡਾਇਰ ਦੀ ਨਿੰਦਾ ਕੀਤੀ, ਪਰ ਉਸ ਦੇ ਵਿਰੁੱਧ ਕੋਈ ਵੀ ਡਿਸਪਲਿਨਰੀ ਐਕਸ਼ਨ ਨਹੀਂ ਲਿੱਤਾ ਗਿਆ ਸੀ, ਠੀਕ ਹੈ। ਤਾਂ ਇਹ ਤੁਸੀਂ ਯਾਦ ਰੱਖ ਸਕਦੇ ਹੋ, 13 ਅਪ੍ਰੈਲ ਵਾਲਾ ਵਿਸਾਖੀ ਵਾਲਾ ਉਹ ਦਿਨ ਸੀ, ਰਾਈਟ। ਤਾਂ ਉਸ ਤੋਂ ਬਾਅਦ ਹੈ ਆਪਣੇ ਕੋਲ ਗਦਰ ਮੂਵਮੈਂਟ। ਗਦਰ ਮੂਵਮੈਂਟ ਇੰਡੀਆ ਤੋਂ ਬਾਹਰ ਜੋ ਲੋਕ ਰਹਿੰਦੇ ਸਨ ਉਹਨਾਂ ਨੇ ਜੋ ਹੈ ਪ੍ਰਵਾਸੀ ਭਾਰਤੀ ਜਿਨ੍ਹਾਂ ਨੂੰ ਆਪਾਂ ਕਹਿੰਦੇ ਹਾਂ, ਉਹਨਾਂ ਨੇ ਅੰਗਰੇਜ਼ ਸਰਕਾਰ ਦੇ ਚੰਗੁਲ ਤੋਂ ਛੁਡਾਉਣ ਦੇ ਲਈ ਇਹ ਗਦਰ ਮੂਵਮੈਂਟ ਚਲਾਈ ਸੀ। ਗਦਰ ਮੂਵਮੈਂਟ ਦੇ ਵਿੱਚ ਕੀ ਸੀ ਕਿ ਜੋ ਭਾਰਤੀ ਮਤਲਬ ਬਾਹਰ ਦੇ ਮੁਲਕਾਂ ਦੇ ਵਿੱਚ ਚਲੇ ਜਾਂਦੇ ਸਨ, 20ਵੀਂ ਸਦੀ ਦੇ ਵਿੱਚ ਕਾਫੀ ਲੋਕ ਇੰਡੀਆ ਦੇ ਜੋ ਕਿ ਸ਼ਿਲਪਕਾਰ ਸਨ, ਜੋ ਆਪਣੀ ਸੇਵਾ ਤੋਂ ਮੁਕਤ ਹੋਏ ਸੈਨਿਕ ਸਨ, ਉਹ ਬਾਹਰ ਦੇ ਮੁਲਕਾਂ ਦੇ ਵਿੱਚ ਜਿਵੇਂ ਅਮਰੀਕਾ ਅਤੇ ਕੈਨੇਡਾ ਦੇ ਵਿੱਚ ਚਲੇ ਜਾਂਦੇ ਸਨ। ਤਾਂ ਇਸ ਕਰਕੇ ਉੱਥੋਂ ਦੀਆਂ ਸਰਕਾਰਾਂ ਨੇ ਉਹਨਾਂ ਦੇ ਖਿਲਾਫ ਜੋ ਹੈ ਉਹਨਾਂ ਦੇ ਲਈ ਵਧੀਆ ਵਰਤਾਰਾ ਵਰਤਣਾ ਬੰਦ ਕਰ ਦਿੱਤਾ ਅਤੇ ਉੱਥੋਂ ਦੀਆਂ ਸਰਕਾਰਾਂ ਨੇ ਇੰਡੀਅਨਸ ਦੇ ਉੱਥੇ ਆਉਣ ਤੇ ਹੀ ਉਹਨਾਂ ਨੇ ਰੋਕ ਲਗਾ ਦਿੱਤੀ, ਰਾਈਟ। ਤਾਂ ਇਸ ਦੇ ਵਿਰੋਧ ਦੇ ਵਿੱਚ ਸਾਰੇ ਜੋ ਪ੍ਰਵਾਸੀ ਭਾਰਤੀ ਸਨ ਉਹ ਇਕੱਠੇ ਹੋਏ, ਉਹਨਾਂ ਨੇ ਜੋ ਹੈ ਆਪਣਾ ਇੱਕ ਐਸੋਸੀਏਸ਼ਨ ਬਣਾਈ, ਠੀਕ ਹੈ, ਜਿਸ ਦਾ ਨਾਮ ਸੀ ਹਿੰਦੁਸਤਾਨੀ ਐਸੋਸੀਏਸ਼ਨ। ਪੈਸੀਫਿਕ ਦੇਸ਼ਾਂ ਦੇ ਜੋ ਦੇਸ਼, ਪੈਸੀਫਿਕ ਕੋਸਟ ਦੇ ਜੋ ਦੇਸ਼ ਸਨ, ਉਹਨਾਂ ਨੇ ਜੋ ਹੈ ਹਿੰਦੁਸਤਾਨੀ ਐਸੋਸੀਏਸ਼ਨ ਬਣਾਈ, ਜਿਸ ਦੇ ਪ੍ਰਧਾਨ ਸਨ ਬਾਬਾ ਸੋਹਨ ਸਿੰਘ ਪਕਨਾ, ਠੀਕ ਹੈ। ਤਾਂ ਇਸ ਦਾ ਹੈੱਡਕੁਆਟਰ ਬਣਾਇਆ ਗਿਆ ਸੈਨ ਫਰਾਂਸਿਸਕੋ ਅਤੇ ਇਸ ਦੀਆਂ ਬ੍ਰਾਂਚਿਸ ਬਣਾਈ ਗਈਆਂ US ਅਤੇ ਕੈਨੇਡਾ ਦੇ ਵਿੱਚ ਵੀ, ਠੀਕ ਹੈ। ਅਤੇ ਇਸ ਐਸੋਸੀਏਸ਼ਨ ਨੇ ਬਾਅਦ ਦੇ ਵਿੱਚ ਗਦਰ ਪਾਰਟੀ ਬਣਾਈ, ਠੀਕ ਹੈ, ਜਿਸ ਦਾ ਮੋਟਿਵ ਸੀ ਆਪਣੇ ਜੋ ਦੇਸ਼ ਦੇ ਲੋਕ ਹਨ ਉਹਨਾਂ ਨੂੰ ਬਰਤਾਨਵੀ ਸਾਮਰਾਜ ਦੇ ਖਿਲਾਫ ਜੋ ਹੈ ਜਾਗਰੂਕ ਕਰਨਾ। ਇਹਨਾਂ ਨੇ ਇੱਕ ਗਦਰ ਨਾਮ ਦਾ ਅਖਬਾਰ ਵੀ ਚਲਾਇਆ ਜੋ ਕਿ ਉਰਦੂ, ਪੰਜਾਬੀ ਅਤੇ ਹਿੰਦੀ ਲੈਂਗੁਏਜਸ ਦੇ ਵਿੱਚ ਜੋ ਹੈ ਸਰਕੂਲੇਟ ਕੀਤਾ ਜਾਂਦਾ ਸੀ, ਰਾਈਟ। ਤਾਂ ਇਹ ਤੁਸੀਂ ਯਾਦ ਰੱਖ ਸਕਦੇ ਹੋ। ਤਾਂ ਉਸ ਤੋਂ ਬਾਅਦ ਹੈ ਕਾਮਾਗਾਟਾ ਮਾਰੂ ਇੰਸੀਡੈਂਟ
ਜਦੋਂ ਹੁੰਦਾ ਹੈ ਤਾਂ ਭਾਰਤੀਆਂ ਦੇ ਮਨ ਨੂੰ ਬਹੁਤ ਆਹਤ ਕਰਦਾ ਹੈ, ਖਾਸ ਕਰ ਜੋ ਪ੍ਰਵਾਸੀ ਭਾਰਤੀ ਹੁੰਦੇ ਹਨ ਉਹਨਾਂ ਦੇ ਮਨ ਨੂੰ ਬਹੁਤ ਆਹਤ ਕਰਦਾ ਹੈ। ਤੇ ਕਈ ਗਦਰਾਈਟਸ ਜੋ ਹੁੰਦੇ ਹਨ ਉਹ ਪੰਜਾਬ ਆ ਕੇ, ਭਾਰਤ ਆ ਕੇ ਆਪਣੀਆਂ ਜੋ ਹੈ ਗਤੀਵਿਧੀਆਂ ਸ਼ੁਰੂ ਕਰਨ ਦਾ ਆਪਣਾ ਡਿਸਾਈਡ ਕਰਦੇ ਹਨ। ਇੱਥੇ ਆ ਕੇ ਉਹ ਬਰਤਾਨਵੀ ਸਾਮਰਾਜ ਦੇ ਖਿਲਾਫ ਆਪਣੀਆਂ ਗਤੀਵਿਧੀਆਂ ਸ਼ੁਰੂ ਕਰਦੇ ਹਨ। ਅੰਮ੍ਰਿਤਸਰ ਅਤੇ ਲਾਹੌਰ ਦੇ ਵਿੱਚ ਆਪਣੇ ਉਹ ਹੈੱਡਕੁਆਟਰਸ ਬਣਾਉਂਦੇ ਹਨ, ਠੀਕ ਹੈ। ਉਹ ਬੰਬ ਬਣਾਉਣ ਦੇ ਵਿੱਚ ਅਤੇ ਹਥਿਆਰ ਇਕੱਠੇ ਕਰਨ ਦੇ ਵਿੱਚ ਵੀ ਉਹ ਸ਼ਾਮਿਲ ਰਹਿੰਦੇ ਸਨ, ਠੀਕ ਹੈ। ਤਾਂ ਜਦੋਂ ਅੰਗਰੇਜ਼ ਸਰਕਾਰ ਦੇ ਖਿਲਾਫ ਇਹ ਬਹੁਤ ਵੱਡੀ ਸਾਜ਼ਿਸ਼ ਦੇ ਰੂਪ ਦੇ ਵਿੱਚ ਸਾਹਮਣੇ ਆਈ ਗਦਰ ਲਹਿਰ, ਤਾਂ ਅੰਗਰੇਜ਼ ਸਰਕਾਰ ਦੀਆਂ ਨੀਹਾਂ ਨੂੰ ਇਸਨੇ ਹਿਲਾ ਕੇ ਰੱਖ ਦਿੱਤਾ ਸੀ ਗਦਰ ਲਹਿਰ ਦੇ ਆਗੂਆਂ ਨੇ, ਠੀਕ ਹੈ। ਤਾਂ ਹੌਲੀ ਹੌਲੀ ਅੰਗਰੇਜ਼ ਸਰਕਾਰ ਨੇ ਇਸ ਨੂੰ ਦਬਾਉਣ ਦਾ ਕੰਮ ਸ਼ੁਰੂ ਕੀਤਾ। ਇਸ ਦੇ ਜੋ ਆਗੂ ਸਨ, ਇਸ ਦੇ ਜੋ ਵੀ ਕ੍ਰਾਂਤੀਕਾਰੀ ਸਨ, ਉਹਨਾਂ ਨੂੰ ਜੋ ਹੈ ਗ੍ਰਿਫਤਾਰ ਕਰਨ ਦਾ ਸ਼ੁਰੂ ਕੀਤਾ ਗਿਆ। ਇੱਕ ਇੱਕ ਕਰਕੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਅੰਡਰ ਲਾਹੌਰ ਕੌਂਸਪੀਰੇਸੀ ਕੇਸ। ਉਹਨਾਂ ਤੇ ਲਾਹੌਰ ਸਾਜ਼ਿਸ਼ ਕੇਸ ਚਲਾਇਆ ਗਿਆ। ਤਾਂ ਹੌਲੀ ਹੌਲੀ ਇਸ ਲਹਿਰ ਨੂੰ ਜੋ ਹੈ ਦਬਾ ਦਿੱਤਾ ਗਿਆ, ਠੀਕ ਹੈ। ਉਸ ਤੋਂ ਬਾਅਦ ਹੈ ਆਪਣੇ ਕੋਲ ਗੁਰਦੁਆਰਾ ਰਿਫਾਰਮ ਮੂਵਮੈਂਟ। ਗੁਰਦੁਆਰਾ ਰਿਫਾਰਮ ਮੂਵਮੈਂਟਸ ਕੀ ਸੀ? ਅਕਾਲੀਆਂ ਦੁਆਰਾ ਆਪਣੇ ਗੁਰਦੁਆਰਿਆਂ ਨੂੰ, ਆਪਣੀਆਂ ਜੋ ਰਿਲੀਜੀਅਸ ਸੰਸਥਾਵਾਂ ਹਨ ਉਹਨਾਂ ਨੂੰ ਜੋ ਇਹ ਕਰਪਟ ਮਹੰਤ ਹੁੰਦੇ ਸਨ ਉਸ ਟਾਈਮ, ਉਹ ਜੋ ਕਰਪਟ ਮਹੰਤ ਇਹਨਾਂ ਨੇ ਗੁਰਦੁਆਰਿਆਂ ਦੇ ਉੱਤੇ ਆਪਣੀ ਜੋ ਹੈ ਆਪਣਾ ਕਬਜ਼ਾ ਕਰ ਲਿਆ ਸੀ, ਉਹਨਾਂ ਦੇ ਚੰਗੁਲ ਤੋਂ ਛੁਡਾਉਣ ਦੇ ਲਈ ਇਹ ਰਿਫਾਰਮ ਮੂਵਮੈਂਟਸ ਚਲਾਏ ਗਏ ਸਨ। ਉਸ ਟਾਈਮ ਕੀ ਸੀ, ਗੁਰਦੁਆਰਿਆਂ ਨੂੰ ਚਲਾਉਣ ਲਈ ਕੋਈ ਵੀ ਮਤਲਬ ਕੋਈ ਲਾਅ ਜਾਂ ਕਾਨੂੰਨ ਨਹੀਂ ਹੁੰਦਾ ਸੀ, ਠੀਕ ਹੈ। ਤੇ ਕੋਈ ਵੀ ਮਤਲਬ ਨਾ ਹੀ ਕੋਈ ਯੋਗ ਵਿਅਕਤੀਆਂ ਦੇ ਹੱਥ ਇਹਨਾਂ ਦੀ ਜੋ ਹੈ ਇਹਨਾਂ ਦਾ ਕੰਮ ਸੀ, ਠੀਕ ਹੈ। ਤੇ ਇਹਨਾਂ ਨੂੰ ਚਲਾਉਣ ਵਾਲੇ ਜੋ ਮਹੰਤ ਸਨ ਉਹਨਾਂ ਨੂੰ ਉਦਾਸੀਆਂ ਕਿਹਾ ਜਾਂਦਾ ਸੀ। ਉਹ ਹਿੰਦੂ ਅਤੇ ਸਿੱਖ ਦੋਵਾਂ ਧਰਮਾਂ ਦੇ ਵਿਚਕਾਰ ਫਸੇ ਹੋਏ ਸਨ, ਠੀਕ ਹੈ। ਉਹ ਹਿੰਦੂ ਧਰਮ ਦੇ ਵਿੱਚ ਵੀ ਮੰਨਦੇ ਸਨ ਤੇ ਸਿੱਖ ਧਰਮ ਦੇ ਵਿੱਚ ਵੀ ਉਹਨਾਂ ਦਾ ਵਿਸ਼ਵਾਸ ਜੋ ਹੈ ਆਪਣੇ ਆਪ ਨੂੰ ਕਹਿੰਦੇ ਸਨ। ਤਾਂ ਇਸ ਤਰ੍ਹਾਂ ਜੋ ਹੈ ਉਹ ਕਰਪਟ ਗਤੀਵਿਧੀਆਂ ਦੇ ਵਿੱਚ ਵੀ ਸ਼ਾਮਿਲ ਸਨ। ਜੂਆ ਖੇਡਦੇ ਸਨ, ਸ਼ਰਾਬ ਪੀਂਦੇ ਸਨ ਅਤੇ ਐਂਟੀ ਸਿੱਖ ਗਤੀਵਿਧੀਆਂ ਦੇ ਵਿੱਚ ਵੀ ਉਹ ਸ਼ਾਮਿਲ ਰਹਿੰਦੇ ਸਨ। ਤਾਂ ਸਿੱਖ ਇਹਨਾਂ ਤੋਂ ਬਹੁਤ ਪਰੇਸ਼ਾਨ ਆ ਚੁੱਕੇ ਸਨ। ਗੁਰਦੁਆਰਿਆਂ ਨੂੰ ਜੋ ਹੈ ਬਹੁਤ ਗਲਤ ਤਰੀਕੇ ਦੇ ਨਾਲ ਚਲਾਇਆ ਜਾ ਰਿਹਾ ਸੀ, ਠੀਕ ਹੈ। ਤਾਂ ਇਸ ਤਰ੍ਹਾਂ ਜੋ ਹੈ ਇਸ ਲਈ ਗੁਰਦੁਆਰਾ ਰਿਫਾਰਮ ਮੂਵਮੈਂਟਸ ਦੇ ਵਿੱਚ ਸਿੱਖਾਂ ਨੇ ਜੋ ਗੁਰੂ ਨਾਨਕ ਦੇਵ ਜੀ ਦੀਆਂ ਟੀਚਿੰਗਸ ਦੇ ਖਿਲਾਫ ਰਵਾਇਤਾਂ ਸਨ ਉਹ ਮਹੰਤ ਇੱਥੇ ਉਸ ਨੂੰ ਅੰਜਾਮ ਦਿੰਦੇ ਸਨ, ਠੀਕ ਹੈ। ਤਾਂ ਇਸ ਦੇ ਲਈ ਗੁਰਦੁਆਰਾ ਰਿਫਾਰਮ ਮੂਵਮੈਂਟਸ ਦੇ ਵਿੱਚ ਸਿੱਖਾਂ ਨੇ ਕੀ ਕੀਤਾ, ਆਪਣੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਈ, ਠੀਕ ਹੈ, 1920 ਈਸਵੀ ਦੇ ਵਿੱਚ, ਰਾਈਟ। ਇਸ ਕਮੇਟੀ ਦਾ ਜੋ ਮੋਟਿਵ ਸੀ ਉਹ ਸੀ ਸਿੱਖਾਂ ਨੂੰ ਜੋ ਮਤਲਬ ਗੁਰਦੁਆਰਿਆਂ ਨੂੰ, ਸਿੱਖ ਗੁਰਦੁਆਰਿਆਂ ਦੇ ਪ੍ਰਬੰਧ ਨੂੰ ਆਪਣੇ ਅਨੁਸਾਰ ਚਲਾਉਣਾ, ਠੀਕ ਹੈ। ਮਤਲਬ ਵਧੀਆ ਤਰੀਕੇ ਦੇ ਨਾਲ ਗੁਰਦੁਆਰਿਆਂ ਦੇ ਪ੍ਰਬੰਧ ਨੂੰ ਚਲਾਉਣਾ। ਇਸ ਦੇ ਵਿੱਚ ਆਪਾਂ ਪੜ੍ਹਦੇ ਹਾਂ ਗੁਰੂ ਕਾ ਬਾਗ ਮੋਰਚਾ। ਗੁਰੂ ਕਾ ਬਾਗ ਮੋਰਚਾ ਕੀ ਸੀ? ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਕੁੱਕੇਵਾਲੀ ਪਿੰਡ ਦੇ ਵਿੱਚ ਇੱਕ ਗੁਰਦੁਆਰਾ ਹੈ ਗੁਰੂ ਕਾ ਬਾਗ। ਇਸ ਦੇ ਵਿੱਚ ਮਤਲਬ 2 ਗੁਰਦੁਆਰੇ ਹਨ ਜੋ ਕਿ 2 ਗੁਰੂ ਸਾਹਿਬਾਨ ਦੇ ਆਉਣ ਦੀ ਯਾਦ ਦੇ ਵਿੱਚ ਇੱਥੇ ਉਸਾਰੇ ਗਏ ਸਨ, ਗੁਰੂ ਅਰਜਨ ਦੇਵ ਜੀ ਅਤੇ ਗੁਰੂ ਤੇਗ ਬਹਾਦਰ ਜੀ, ਠੀਕ ਹੈ। ਤਾਂ ਗੁਰੂ ਕਾ ਬਾਗ ਜੋ ਬਾਗ ਹੈ ਇਸ ਦੇ ਵਿੱਚ ਸਥਿਤ ਗੁਰਦੁਆਰਾ ਹੈ ਜੋ ਕਿ ਗੁਰੂ ਤੇਗ ਬਹਾਦਰ ਦੀ ਯਾਦ ਦੇ ਵਿੱਚ ਬਣਾਇਆ ਗਿਆ ਸੀ ਅਤੇ ਇਸ ਦੇ ਨਾਲ ਹੀ ਦੂਸਰਾ ਗੁਰਦੁਆਰਾ ਹੈ ਜੋ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਯਾਦ ਦੇ ਵਿੱਚ ਬਣਾਇਆ ਗਿਆ ਸੀ। ਤਾਂ ਗੁਰਦੁਆਰੇ ਦਾ ਜੋ ਮਹੰਤ ਸੀ ਉਹ ਸਿੱਖਾਂ ਨੂੰ ਜੋ ਗੁਰਦੁਆਰੇ ਦੇ ਵਿੱਚ ਲੰਗਰ ਚੱਲਦਾ ਸੀ ਉਸ ਦੇ ਲਈ ਬਾਲਣ ਲੈਣ ਤੋਂ ਮਨਾ ਕਰ ਦਿੰਦਾ ਸੀ, ਉਸ ਨੂੰ ਬਾਲਣ ਜੋ ਹੈ ਉਹਨਾਂ ਨੂੰ ਨਹੀਂ ਲੈਣ ਦਿੰਦਾ ਸੀ, ਠੀਕ ਹੈ। ਤਾਂ ਜੋ ਸਿੱਖ ਇਸ ਗੱਲ ਤੋਂ ਜੋ ਹੈ ਬਹੁਤ ਕ੍ਰੋਧਿਤ ਹੋ ਗਏ। ਉਹਨਾਂ ਨੇ ਇਸ ਦੇ ਵਿਰੁੱਧ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ, ਆਪਣੀਆਂ ਗ੍ਰਿਫਤਾਰੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ, ਪੁਲਿਸ ਬੁਲਾਈ ਗਈ ਕਿਉਂਕਿ ਉਸ ਟਾਈਮ ਮਹੰਤਾਂ ਨੂੰ ਜੋ ਹੈ ਅੰਗਰੇਜ਼ਾਂ ਦੀ ਸ਼ਹਿ ਪ੍ਰਾਪਤ ਹੁੰਦੀ ਸੀ। ਉਹ ਅੰਗਰੇਜ਼ਾਂ ਦੀ ਸ਼ਹਿ ਦੇ ਨਾਲ ਮਤਲਬ ਹਰ ਗਲਤ ਕੰਮ ਕਰਦੇ ਜਾ ਰਹੇ ਸਨ, ਠੀਕ ਹੈ। ਗੁਰਦੁਆਰਿਆਂ ਦੇ ਨਾਲ ਲੱਗਦੀ ਜੋ ਜ਼ਮੀਨ ਸੀ ਉਹ ਵੀ ਅੰਗਰੇਜ਼ਾਂ ਨੇ ਇਹਨਾਂ ਦੇ ਨਾਮ ਲਗਵਾ ਦਿੱਤੀ ਸੀ, ਠੀਕ ਹੈ। ਤਾਂ ਸਿੱਖਾਂ ਨੇ ਬਹੁਤ ਤਸੀਹੇ ਝੱਲੇ, ਸਿੱਖਾਂ ਨੇ ਬਹੁਤ ਹੀ ਮਤਲਬ ਗਲਤ ਉਹਨਾਂ ਦਾ ਵਤੀਰਾ ਝੱਲਿਆ ਮਹੰਤਾਂ ਦਾ, ਠੀਕ ਹੈ। ਇਸ ਤੋਂ ਮਤਲਬ ਸਿੱਖਾਂ ਦੇ ਜੋ ਉਹਨਾਂ ਦੀ ਬਰਦਾਸ਼ਤ ਕਰਨ ਦੀ ਸ਼ਕਤੀ ਸੀ ਉਸ ਦਾ ਪਤਾ ਚੱਲਦਾ ਹੈ, ਰਾਈਟ। ਤਾਂ ਹੌਲੀ ਹੌਲੀ ਸਿੱਖਾਂ ਦੀਆਂ ਕੁਰਬਾਨੀਆਂ ਸਦਕਾ, ਸਿੱਖਾਂ ਦੇ ਜੋ ਆਪਣੇ ਐਫਰਟਸ ਦੇ ਸਦਕਾ ਇਹਨਾਂ ਨੂੰ ਜੋ ਹੈ ਗੁਰੂ ਕਾ ਬਾਗ ਮਤਲਬ ਬਾਗ ਦਾ ਕੰਮ ਇਹਨਾਂ ਨੂੰ ਮਿਲ ਜਾਂਦਾ ਹੈ, ਬਾਗ ਜੋ ਹੈ ਵਾਪਿਸ ਇਹਨਾਂ ਨੂੰ ਮਿਲ ਜਾਂਦਾ ਹੈ ਅਤੇ ਜੋ ਗ੍ਰਿਫਤਾਰੀਆਂ ਅੰਗਰੇਜ਼ਾਂ ਨੇ ਕੀਤੀਆਂ ਹੁੰਦੀਆਂ ਹਨ ਉਹਨਾਂ ਨੂੰ ਵੀ ਰਿਹਾ ਕਰ ਦਿੱਤਾ ਜਾਂਦਾ ਹੈ, ਜਿਨ੍ਹਾਂ ਨੂੰ ਵੀ ਗ੍ਰਿਫਤਾਰ ਕੀਤਾ ਹੁੰਦਾ ਹੈ, ਰਾਈਟ। ਤਾਂ ਇਸ ਤਰ੍ਹਾਂ ਜੋ ਹੈ ਇਹ ਹੋਇਆ। ਉਸ ਤੋਂ ਬਾਅਦ ਆਪਣੇ ਕੋਲ ਹੈ ਨੌਜਵਾਨ ਸਭਾ। ਨੌਜਵਾਨ ਸਭਾ
1924 ਈਸਵੀ ਦੇ ਵਿੱਚ ਇਸ ਦੀ ਸਥਾਪਨਾ ਕੀਤੀ ਗਈ ਸੀ। ਠੀਕ ਹੈ, ਇਹ ਪੰਜਾਬ ਦੇ ਅਤੇ ਹਿੰਦੁਸਤਾਨ ਦੇ ਜੋ ਨੌਜਵਾਨ ਸਨ, ਜੋ ਕ੍ਰਾਂਤੀਕਾਰੀ ਗਤੀਵਿਧੀਆਂ ਦੇ ਨਾਲ ਬਰਤਾਨਵੀ ਸਾਮਰਾਜ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਸਨ, ਉਹਨਾਂ ਨੇ ਇਹ ਨੌਜਵਾਨ ਸਭਾ ਬਣਾਈ ਸੀ। ਇਹਨਾਂ ਨੇ ਸਰਬਸੰਮਤੀ ਦੇ ਨਾਲ ਇੱਕ ਮਹਾਨ ਕ੍ਰਾਂਤੀਕਾਰੀ ਚੰਦਰ ਸ਼ੇਖਰ ਆਜ਼ਾਦ ਨੂੰ ਆਪਣਾ ਜੋ ਹੈ ਪ੍ਰਧਾਨ ਮੰਨਿਆ ਸੀ। ਠੀਕ ਹੈ, ਇਹ ਬੰਬ ਬਣਾਉਂਦੇ ਸਨ, ਹਥਿਆਰ ਇਕੱਠੇ ਕਰਦੇ ਸਨ ਅਤੇ ਅੰਗਰੇਜ਼ ਸਰਕਾਰ ਦੇ ਖਿਲਾਫ ਗਤੀਵਿਧੀਆਂ ਇਹਨਾਂ ਦੀਆਂ ਜਾਰੀ ਰਹਿੰਦੀਆਂ ਸਨ। ਠੀਕ ਹੈ, ਇਹਨਾਂ ਨੇ ਸਭ ਤੋਂ ਪਹਿਲਾਂ ਲਾਲਾ ਲਾਜਪਤ ਰਾਏ ਦੀ ਮੌਤ ਦਾ ਬਦਲਾ ਲੈਣ ਦੇ ਲਈ, ਕਿਉਂਕਿ ਉਹਨਾਂ ਨੂੰ ਜੋ ਹੈ ਲਾਠੀਆਂ ਮਾਰ ਕੇ, ਜਿਸ ਤਰ੍ਹਾਂ ਕਿ ਆਪਾਂ ਜਾਣਦੇ ਹਾਂ ਕਿ ਅੰਗਰੇਜ਼ ਸਰਕਾਰ ਨੇ ਲਾਠੀਆਂ ਮਾਰ ਕੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਸੀ, ਤਾਂ ਉਹਨਾਂ ਦੀ ਮੌਤ ਦਾ ਬਦਲਾ ਲੈਣ ਲਈ ਭਗਤ ਸਿੰਘ ਅਤੇ ਉਸਦੇ ਸਾਥੀਆਂ ਨੇ ਮਾਰਨਾ ਤਾਂ ਜੋ ਮਤਲਬ ਅੰਗਰੇਜ਼ ਅਫਸਰ ਸਕਾਟ ਸੀ ਉਸਨੂੰ ਸੀ, ਲੇਕਿਨ ਗਲਤੀ ਦੇ ਨਾਲ ਸਾਂਡਰਸ ਦੀ ਹੱਤਿਆ ਹੋ ਜਾਂਦੀ ਹੈ, ਰਾਈਟ। ਤਾਂ ਉਸ ਤੋਂ ਬਾਅਦ ਇਹ ਅਸੈਂਬਲੀ ਦੇ ਵਿੱਚ, ਦਿੱਲੀ ਅਸੈਂਬਲੀ ਦੇ ਵਿੱਚ ਭਗਤ ਸਿੰਘ ਅਤੇ ਉਸਦੇ ਸਾਥੀ ਬਟੁਕੇਸ਼ਵਰ ਦੱਤ ਦਿੱਲੀ ਅਸੈਂਬਲੀ ਦੇ ਵਿੱਚ ਬੰਬ ਸੁੱਟਦੇ ਹਨ ਤਾਂ ਜੋ ਅੰਗਰੇਜ਼ਾਂ ਨੂੰ ਸੁਣਾਇਆ ਜਾ ਸਕੇ। ਉਹਨਾਂ ਨੇ ਕਿਹਾ ਸੀ ਕਿ ਬੋਲਿਆਂ ਨੂੰ ਸੁਣਾਉਣ ਦੇ ਲਈ ਧਮਾਕੇ ਦੀ ਜ਼ਰੂਰਤ ਹੁੰਦੀ ਹੈ, ਜੋ ਕਿ ਆਪਾਂ ਬਹੁਤ ਹੀ ਫੇਮਸ ਜੋ ਘਟਨਾ ਹੈ। ਠੀਕ ਹੈ, ਤਾਂ ਉਸ ਤੋਂ ਬਾਅਦ ਉਹ ਅਸੈਂਬਲੀ ਦੇ ਵਿੱਚ ਬੰਬ ਸੁੱਟਣ ਤੋਂ ਬਾਅਦ ਉਹ ਭੱਜਦੇ ਨਹੀਂ, ਸਗੋਂ ਆਪਣੀ ਗ੍ਰਿਫਤਾਰੀ ਦੇ ਦਿੰਦੇ ਹਨ। ਤਾਂ ਅੰਗਰੇਜ਼ ਸਰਕਾਰ ਦੇ ਲਈ ਇਹ ਬਹੁਤ ਹੀ ਉਹਨਾਂ ਦੀ ਨੀਂਹ ਹਿਲਾ ਦੇਣ ਵਾਲੀ ਘਟਨਾ ਸੀ। ਸੱਚਮੁੱਚ ਹੀ ਉਹਨਾਂ ਦੇ ਕੰਨ ਖੋਲ ਦੇਣ ਵਾਲੀ ਇਹ ਘਟਨਾ ਸੀ, ਕਿਉਂਕਿ ਅੰਗਰੇਜ਼ ਇਸ ਗੱਲ ਨੂੰ ਹੀ ਸਮਝ ਨਹੀਂ ਪਾਏ ਕਿ ਇੰਨੀ ਤਕੜੀ ਜੋ ਉੱਥੇ ਇਹ ਸਭ ਕੁਝ ਹੋਣ ਦੇ ਬਾਵਜੂਦ, ਇੰਨੀ ਤਕੜੀ ਉੱਥੇ ਮਤਲਬ ਕਿ ਪੁਲਿਸ ਹੋਣ ਦੇ ਬਾਵਜੂਦ ਵੀ ਇਹ ਭਗਤ ਸਿੰਘ ਅਤੇ ਉਸਦਾ ਸਾਥੀ ਐਂਟਰ ਕਰਨ ਦੇ ਵਿੱਚ ਕਿਵੇਂ ਕਾਮਯਾਬ ਹੋ ਗਏ ਅਤੇ ਉੱਥੇ ਬੈਠੇ ਵੀ ਰਹੇ। ਅਤੇ ਉਸ ਤੋਂ ਬਾਅਦ ਜਦੋਂ ਟ੍ਰੇਡ ਡਿਸਪਿਊਟ ਬਿੱਲ ਜਦੋਂ ਪਾਸ ਹੁੰਦਾ ਹੈ ਤਾਂ ਉਸੇ ਟਾਈਮ ਉਹ ਜੋ ਹੈ ਇਹ ਬੰਬ ਸਿੱਟ ਦਿੰਦੇ ਹਨ। ਇਹ ਬੰਬ ਕਿਸੇ ਵੀ ਜਾਨੀ ਜਾਂ ਮਾਲੀ ਨੁਕਸਾਨ ਦੇ ਲਈ ਨਹੀਂ ਸਿੱਟੇ ਗਏ ਸਨ, ਸਗੋਂ ਸਿਰਫ ਉਹਨਾਂ ਨੂੰ ਬੋਲਿਆਂ ਨੂੰ ਸੁਣਾਉਣ ਦੇ ਲਈ ਹੀ ਸਿੱਟੇ ਗਏ ਸਨ। ਠੀਕ ਹੈ, ਤਾਂ ਇਸੇ ਗੱਲ ਕਰਕੇ 7 ਅਕਤੂਬਰ 1930 ਦੇ ਵਿੱਚ ਭਗਤ ਸਿੰਘ ਅਤੇ ਉਸਦੇ ਸਾਥੀਆਂ ਨੂੰ ਫਾਂਸੀ ਦੀ ਸਜ਼ਾ ਦਾ ਹੁਕਮ ਦਿੱਤਾ ਜਾਂਦਾ ਹੈ। ਠੀਕ ਹੈ, ਅਤੇ 24 ਮਾਰਚ 1931 ਦੀ ਡੇਟ ਰੱਖੀ ਜਾਂਦੀ ਹੈ ਉਹਨਾਂ ਦੀ ਫਾਂਸੀ ਦੇ ਲਈ। ਪਰੰਤੂ ਅੰਗਰੇਜ਼ ਸਰਕਾਰ ਨੂੰ ਭਗਤ ਸਿੰਘ ਅਤੇ ਉਸਦੇ ਸਾਥੀਆਂ ਦੀ ਫਾਂਸੀ ਤੋਂ ਇੰਨਾ ਡਰ ਹੁੰਦਾ ਹੈ ਕਿ ਲੋਕ ਉਹਨਾਂ ਦਾ ਕੀ ਹਾਲ ਕਰਨਗੇ, ਲੋਕ ਜੋ ਹੈ ਕਿਸ ਤਰ੍ਹਾਂ ਦਾ ਬਿਹੇਵੀਅਰ ਲੋਕ ਸ਼ੋਅ ਕਰਨਗੇ, ਕਿਸ ਤਰ੍ਹਾਂ ਦਾ ਪ੍ਰਦਰਸ਼ਨ ਲੋਕ ਕਰਨਗੇ ਅਗਰ ਭਗਤ ਸਿੰਘ ਨੂੰ ਫਾਂਸੀ ਦੇ ਦਿੱਤੀ ਗਈ। ਤਾਂ ਇਸ ਡਰ ਤੋਂ 23 ਮਾਰਚ 1931 ਨੂੰ, ਮਤਲਬ ਤੈਅ ਸਮੇਂ ਤੋਂ 11 ਘੰਟੇ ਪਹਿਲਾਂ ਹੀ ਭਗਤ ਸਿੰਘ ਅਤੇ ਉਸਦੇ ਸਾਥੀਆਂ ਨੂੰ ਜੋ ਫਾਂਸੀ ਦੀ ਸਜ਼ਾ ਦੇ ਦਿੱਤੀ ਜਾਂਦੀ ਹੈ ਅਤੇ ਮਤਲਬ ਕਿ ਚੋਰੀ ਛੁਪੇ ਉਹਨਾਂ ਦਾ ਸੰਸਕਾਰ ਵੀ, ਮਤਲਬ ਪੂਰੀ ਤਰ੍ਹਾਂ ਉਹਨਾਂ ਦੀਆਂ ਬੋਡੀਜ਼ ਦਾ ਸੰਸਕਾਰ ਵੀ ਅੱਛੀ ਤਰ੍ਹਾਂ ਨਹੀਂ ਕੀਤਾ ਜਾਂਦਾ। ਤਾਂ ਇਸ ਤਰ੍ਹਾਂ ਅੰਗਰੇਜ਼ ਸਰਕਾਰ ਦੀ ਜੋ ਬਰਬਰਤਾ ਦਾ ਸਬੂਤ ਸਾਨੂੰ ਬਹੁਤ ਜਗ੍ਹਾ ਤੇ ਮਿਲਦਾ ਹੈ। ਤਾਂ ਅੰਤ ਦੇ ਵਿੱਚ ਕ੍ਰਾਂਤੀਕਾਰੀਆਂ ਦੀ ਜੋ ਐਫਰਟਸ ਦੇ ਸਦਕਾ, ਕ੍ਰਾਂਤੀਕਾਰੀਆਂ ਦੀਆਂ ਕੁਰਬਾਨੀਆਂ ਦੇ ਸਦਕਾ, ਭਾਰਤੀਆਂ ਦੇ ਜੋ ਸਬਰ ਦੇ ਸਦਕਾ ਆਪਣਾ ਦੇਸ਼ ਜੋ ਹੈ 15 ਅਗਸਤ 1947 ਨੂੰ ਆਜ਼ਾਦ ਹੋ ਜਾਂਦਾ ਹੈ। ਸੋ ਅੱਜ ਇੰਨਾ ਹੀ, ਨੈਕਸਟ ਆਪਾਂ ਅਗਲੇ ਕਲਾਸ ਦੇ ਵਿੱਚ ਕਰਾਂਗੇ। ਥੈਂਕ ਯੂ ਸੋ ਮਚ।